हाँ जी, KPS सिविल सेवावां दे विच असीं तुहाडा स्वागत करते हैं। अज है 16 अप्रैल 2022। रोजाना की तरह खबरों का सिलसिला शुरू करते हैं। सो अज की जिहड़ी सब तो पहली खबर आई है वो अंतरराष्ट्रीय मुद्रा फंड बारे आई है। खबर की है कि श्रीलंका के जिहड़े हालात बने हुए ने वो सानू सबनों पता है उसकी कंडीशन बारे। सो खबर यह है कि श्रीलंका की आर्थिक रिकवरी नूं पूरा करने के लिए अंतरराष्ट्रीय मुद्रा कोष के समर्थन के नाल कीते गए सुधारां ते जिहड़ी है वो इन्हां दी आर्थिक रिकवरी है जिहड़ी श्रीलंका दी निर्भर करेगी। पर सरकार दे गरीबां नूं नजरअंदाज है जिहड़ा वो नहीं करेगी सरकार। हुण देखो आओ असीं जाणदे हां अंतरराष्ट्रीय मुद्रा कोष बारे। अंतरराष्ट्रीय मुद्रा कोष एक अंतरराष्ट्रीय वित्तीय संस्था हैगी है जिसका मुख्य दफ्तर है वाशिंगटन है जिहड़ी है DC विच है। इस विच लगभग 190 देश हैं जिहड़े वो शामिल हैं। इसका ऐलानिया मिशन विश्वव्यापी मुद्रा सहयोग नूं उत्साहित करना है, वित्तीय सुरक्षता नूं उत्साहित करना है, उसदे विच वित्तीय स्थिरता जिहड़ी वो बनाई रखना है, उसनूं मजबूत करना है, अंतरराष्ट्रीय व्यापार नूं सुविधाजनक बनाउणा है, बनाउण दे विच अते उच्च रोजगार ते टिकाऊ आर्थिक विकास नूं भी उत्साहित करना है ते विश्व भर दे विच जिहड़ी गरीबी दी समस्या हैगी है उसनूं घट करना है। हुण देखो 1944 ਦੇ ਵਿੱਚ ਬਣਾਈ ਗਈ ਇਹ 27 ਦਸੰਬਰ 1945 ਨੂੰ ਇਹ ਲਾਗੂ ਹੋਈ ਸੀਗੀ। ਬ੍ਰਿਟੇਨ ਵੁਡਸ ਕਾਨਫਰੰਸ ਦੇ ਵਿੱਚ ਮੁੱਖ ਤੌਰ ਤੇ ਹੈਰੀ ਡੈਕਸਟਰ ਵਾਈਟ ਅਤੇ ਜੌਨ ਮੈਨਾਲਡ ਕੀਨਸ ਦੇ ਵਿਚਾਰਾਂ ਦੁਆਰਾ ਇਹ 1945 ਦੇ ਵਿੱਚ ਜਦੋਂ ਇਹ ਲਾਗੂ ਹੋਈ ਸੀਗੀ ਇਸ ਤੇ ਸਾਈਨ ਹੋਏ ਸੀ। ਇਸ ਦੇ ਵਿੱਚ 29 ਮੈਂਬਰ ਦੇਸ਼ਾਂ ਅਤੇ ਅੰਤਰਰਾਸ਼ਟਰੀ ਮੁਦਰਾ ਪ੍ਰਣਾਲੀ ਦੇ ਪੁਨਰਗਠਨ ਦੇ ਟੀਚੇ ਨੂੰ ਜਿਹੜਾ ਟੀਚਾ ਸੀਗਾ ਉਸ ਦੇ ਨਾਲ ਇਹ ਜਿਹੜਾ ਅੰਤਰਰਾਸ਼ਟਰੀ ਮੁਦਰਾ ਕੋਸ਼ ਹੈ ਇਹ ਜਿਹੜੀ ਰਸਮੀ ਹੋਣ ਦੇ ਵਿੱਚ ਆਇਆ ਸੀ। ਇਹ ਹੁਣ ਭੁਗਤਾਨਾਂ ਦੇ ਸੁਤੰਤਰ ਉਹਨਾਂ ਦਾ ਬੈਲੈਂਸ ਬਣਾਉਣ ਦੀਆਂ ਸੰਬੰਧਿਤ ਮਤਲਬ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਹੈਗੀਆਂ ਜਾਂ ਅੰਤਰਰਾਸ਼ਟਰੀ ਵਿੱਤੀ ਸੰਕਟਾਂ ਦੇ ਪ੍ਰਬੰਧ ਦੇ ਵਿੱਚ ਕੇਂਦਰੀ ਭੂਮਿਕਾ ਜਿਹੜੀ ਉਹ ਆਪਣੀ ਅਦਾ ਕਰ ਰਿਹਾ ਹੈ। ਦੇਸ਼ ਇੱਕ ਕੋਟਾ ਪ੍ਰਣਾਲੀ ਰਾਹੀਂ ਇੱਕ ਪੂਲ ਦੇ ਵਿੱਚ ਜਿਹੜੀਆਂ ਫੰਡਾਂ ਦਾ ਯੋਗਦਾਨ ਪਾਉਂਦੇ ਆ ਜਿੱਥੇ ਭੁਗਤਾਨ ਸੰਤੁਲਨ ਦੀਆਂ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰ ਰਹੇ ਦੇਸ਼ ਹੈ ਉਸ ਤੋਂ ਜਿਹੜੇ ਇਸ ਦੇ ਨਾਲ ਇਸ ਦੇ ਵਿੱਚੋਂ ਜਿਹੜਾ ਪੈਸਾ ਹੈ ਉਹ ਉਧਾਰਾ ਲੈ ਸਕਦੇ ਆ। ਸਮਝੌਤੇ ਦੀਆਂ ਧਾਰਨਾਵਾਂ ਦੇ ਵਿੱਚ ਬਿਆਨ ਕੀਤੇ ਗਏ ਸੰਗਠਨ ਦੇ ਉਦੇਸ਼ ਉਹੀ ਗੱਲ ਆ ਜਾਂਦੀ ਹੈ ਕਿ ਅੰਤਰਰਾਸ਼ਟਰੀ ਮੁਦਰਾ ਸਹਿਯੋਗ ਨੂੰ ਵਧਾਉਣਾ ਹੈ, ਦੇਸ਼ ਭਰ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਅੰਤਰਰਾਸ਼ਟਰੀ ਵਪਾਰ ਨੂੰ, ਉੱਚ ਰੁਜ਼ਗਾਰ ਨੂੰ, ਵਟਾਂਦਰੇ ਦੀ ਜਿਹੜੀ ਸਥਿਰਤਾ ਜਾਂ ਟਿਕਾਊ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਵਿੱਤੀ ਮੁਸ਼ਕਲਾਂ ਦੇ ਵਿੱਚ ਜਿਹੜੇ ਫਸੇ ਹੋਏ ਮੈਂਬਰ ਦੇਸ਼ਾਂ ਨੂੰ ਸਰੋਤ ਉਪਲਬਧ ਇਸ ਸੰਬੰਧੀ ਕਰਵਾਉਣਾ ਹੈ। ਦੇਖੋ ਇਹ ਜਿਹੜਾ ਫੰਡ ਹੈ ਅੰਤਰਰਾਸ਼ਟਰੀ ਮੁਦਰਾ ਦਾ ਜਿਹੜਾ ਫੰਡ ਹੈਗਾ ਉਸਦੇ ਦੋ ਪ੍ਰਮੁੱਖ ਸਰੋਤ ਹੈ, ਇੱਕ ਹੈਗਾ ਕੋਟਾ ਤੇ ਇੱਕ ਹੈਗਾ ਕਰਜ਼ੇ ਜਾਂ ਕਰਜ਼। ਕੋਟੇ ਜੋ ਕਿ ਮੈਂਬਰ ਦੇਸ਼ਾਂ ਦੇ ਇਕੱਠੇ ਕੀਤੇ ਗਏ ਫੰਡ ਹੁੰਦੇ ਆ, ਜ਼ਿਆਦਾਤਰ ਇਹ ਜਿਹੜੇ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਵਿੱਚੋਂ ਪੈਦਾ ਕਰਦੇ ਆ। ਹੁਣ ਕਿਸੇ ਮੈਂਬਰ ਦੇ ਕੋਟੇ ਦਾ ਆਕਾਰ ਸੰਸਾਰ ਵਿੱਚ ਇਸ ਦੀ ਆਰਥਿਕ ਅਤੇ ਵਿੱਤੀ ਮਹੱਤਤਾ ਤੇ ਨਿਰਭਰ ਕਰਦਾ ਹੈ। ਵਧੇਰੇ ਆਰਥਿਕ ਮਹੱਤਤਾ ਵਾਲੇ ਦੇਸ਼ਾਂ ਵਿੱਚ ਵੱਡੇ ਕੋਟੇ ਹੁੰਦੇ ਆ। ਹੁਣ ਦੇਖੋ ਜਿੰਨਾ ਇਕਨੋਮਿਕਲੀ ਜਿਹੜਾ ਦੇਸ਼ ਹੈ ਉਹ ਉਨਾ ਜ਼ਿਆਦਾ ਮਜ਼ਬੂਤ ਹੋਏਗਾ ਤਾਂ ਕੋਟੇ ਵੀ ਉਸ ਹਿਸਾਬ ਦੇ ਨਾਲ ਜਿਹੜੇ ਨਿਰਧਾਰਿਤ ਕੀਤੇ ਜਾਂਦੇ ਆ। ਕੋਟਿਆਂ ਨੂੰ ਸਮੇਂ-ਸਮੇਂ ਤੇ ਵਿਸ਼ੇਸ਼ ਡਰਾਇੰਗ ਅਧਿਕਾਰਾਂ ਦੇ ਰੂਪ ਦੇ ਵਿੱਚ ਵੀ ਜਿਹੜਾ ਹੈਗਾ ਅੰਤਰਰਾਸ਼ਟਰੀ ਮੁਦਰਾ ਦੇ ਸਰੋਤਾਂ ਨੂੰ ਵਧਾਉਣ ਦੇ ਸਾਧਨ ਵਜੋਂ ਵਧਾਇਆ ਜਾ ਸਕਦਾ ਹੈ। ਹੁਣ ਆਓ ਅਸੀਂ ਜਾਣਦੇ ਹਾਂ ਵਿਸ਼ੇਸ਼ ਡਰਾਇੰਗ ਅਧਿਕਾਰਾਂ ਬਾਰੇ। ਵਿਸ਼ੇਸ਼ ਡਰਾਇੰਗ ਅਧਿਕਾਰ ਪੂਰਕ ਵਿਦੇਸ਼ੀ ਮੁਦਰਾ ਭੰਡਾਰ ਸੰਪਤੀਆਂ ਹਨ ਜੋ ਅੰਤਰਰਾਸ਼ਟਰੀ ਮੁਦਰਾ ਫੰਡ ਦੁਆਰਾ ਪ੍ਰਭਾਸ਼ਿਤ ਅਤੇ ਇਸ ਦੀ ਸਾਂਭ ਸੰਭਾਲ ਜਿਹੜੀ ਉਹ ਕੀਤੀ ਜਾਂਦੀ ਹੈ, ਸਾਂਭ ਸੰਭਾਲੀਆਂ ਜਾਂਦੀਆਂ। ਹੁਣ ਇਹਨੇ ਖਾਤੇ ਦੀਆਂ ਇਕਾਈਆਂ ਹਨ। ਇਹ ਇਸ ਦੇ ਜਿਹੜੇ ਮੈਂਬਰ ਹੈ ਉਹ ਦੇਸ਼ਾਂ ਦੁਆਰਾ ਰੱਖੀ ਗਈ ਮੁਦਰਾ ਦੇ ਦਾਅਵੇ ਨੂੰ ਦਰਸਾਉਂਦੇ ਆ ਜਿਸ ਲਈ ਉਹਨਾਂ ਦਾ ਆਦਾਨ ਪ੍ਰਦਾਨ ਹੈ ਜਿਹੜਾ ਉਹ ਕੀਤਾ ਜਾ ਸਕਦਾ ਹੈ। ਹੁਣ ਇਸ ਨੂੰ ਇਹਨਾਂ ਅਧਿਕਾਰਾਂ ਨੂੰ 1969 ਦੇ ਵਿੱਚ ਤਰਜੀਹ ਵਿਦੇਸ਼ੀ ਮੁਦਰਾ ਰਿਜ਼ਰਵ ਸੰਪਤੀਆਂ ਅਰਥਾਤ ਸੋਨੇ ਅਤੇ ਅਮਰੀਕੀ ਡਾਲਰਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਬਣਾਇਆ ਗਿਆ ਸੀ। ਹੁਣ ਅੰਤਰਰਾਸ਼ਟਰੀ ਮੁਦਰਾ ਫੰਡ ਵੱਲੋਂ ਜਿਹੜੇ ਵੀ ਇਹ ਅਧਿਕਾਰ ਹੈਗੇ ਆ ਯਾਨੀ ਕਿ SDR ਦੇਸ਼ਾਂ ਨੂੰ ਅਲਾਟ ਕੀਤੇ ਜਾਂਦੇ ਆ ਤੇ ਇਹਨਾਂ ਨੂੰ ਨਿੱਜੀ ਪਾਰਟੀਆਂ ਦੁਆਰਾ ਰੱਖਿਆ ਨਹੀਂ ਜਾਂਦਾ ਜਾਂ ਕੋਈ ਯੂਜ਼ ਨਹੀਂ ਇਸ ਨੂੰ ਕਰ ਸਕਦਾ, ਵਰਤਿਆ ਨਹੀਂ ਜਾ ਸਕਦਾ। ਇੱਕ SDR ਦਾ ਮੁੱਲ ਜਿਹੜਾ ਹੈਗਾ ਉਹ ਅੰਤਰਰਾਸ਼ਟਰੀ ਮੁਦਰਾ ਫੰਡ ਦੁਆਰਾ
ਹਰ 5 ਸਾਲਾਂ ਦੇ ਵਿੱਚ ਇਸ ਦੀ ਸਮੀਖਿਆ, ਇਸ ਦੀ ਪੂਰਨਤਾ ਕੀਤੀ ਜਾਂਦੀ ਹੈ ਪ੍ਰਮੁੱਖ ਅੰਤਰਰਾਸ਼ਟਰੀ ਮੁਦਰਾਵਾਂ ਦੀ ਟੋਕਰੀ ਤੇ ਆਧਾਰਿਤ। ਹੁਣ ਦੇਖੋ SDR ਟੋਕਰੀ ਦੇ ਵਿੱਚ ਹਰੇਕ ਮੁਦਰਾ ਨੂੰ ਦਿੱਤੇ ਗਏ ਭਾਰਾਂ ਨੂੰ ਅੰਤਰਰਾਸ਼ਟਰੀ ਵਪਾਰ ਅਤੇ ਰਾਸ਼ਟਰੀ ਵਿਸ਼ੇਸ਼ ਮੁਦਰਾ ਦੇ ਭੰਡਾਰ ਦੇ ਰੂਪ ਵਿੱਚ ਉਹਨਾਂ ਦੀ ਮੌਜੂਦਾ ਪ੍ਰਮੁੱਖਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਹੈਗਾ ਵਿਸਤ੍ਰਿਤ ਕੀਤੇ ਜਾਂਦੇ ਆ, ਜਾਂ ਜਿਹੜੀ ਹੈ ਇਹਨਾਂ ਦਾ ਜੋ ਪ੍ਰਮੁੱਖ ਅਧਿਐਨ ਉਹ ਕੀਤਾ ਜਾਂਦਾ। ਦੇਖੋ ਜਿਹੜੀ ਇਹ ਬਾਸਕਟ ਹੈ ਇਸ ਦੇ ਵਿੱਚ 5 ਮੁਦਰਾਵਾਂ ਸ਼ਾਮਿਲ ਹੈ, ਯਾਨੀ ਕਿ ਅਮਰੀਕੀ ਡਾਲਰ ਹੋ ਗਏ, ਯੂਰੋ ਹੋ ਗਏ, ਚੀਨੀ ਹੋ ਗਏ, ਜਿਹੜੇ ਜੈਪਨੀਜ਼ ਹੋ ਗਏ, ਜਾਪਾਨੀ ਹੋ ਗਏ ਤੇ ਬ੍ਰਿਟਿਸ਼ ਪਾਉਂਡ ਹੋ ਗਏ। ਸੋ ਇਹਨਾਂ ਦਾ ਵੀ ਜਿਹੜਾ ਸਰਵੇਖਣ ਹੈ ਕਿੰਨੀ ਮਾਤਰਾ, ਜਿਵੇਂ ਅਮਰੀਕੀ ਡਾਲਰ ਦੀ ਹੈਗੀ 41.73% ਹੋ ਗਈ, ਯੂਰੋ ਦੀ 30.93% ਹੋ ਗਈ, ਚੀਨੀ ਦੀ ਯੂਆਨ ਦੀ ਹੋਗੀ 10.92%, ਜਾਪਾਨੀ ਯੇਨ ਦੀ ਹੋਗੀ 8.33% ਤੇ ਬ੍ਰਿਟਿਸ਼ ਦੀ ਹੋਗੀ 8.09% ਹੋਗੀ। ਹੁਣ ਇਹ ਸੀਗਾ ਸਾਡਾ ਅੰਤਰਰਾਸ਼ਟਰੀ ਆਰਥਿਕ ਮੁਦਰਾ ਦੇ ਨਾਲ ਰਿਲੇਟਡ ਜਿਹੜਾ ਸੀਗਾ। ਹੁਣ ਦੂਜੀ ਜਿਹੜੀ ਸਾਡੇ ਕੋਲ ਖਬਰ ਆਈ ਹੈ ਉਹ ਹੈ ਵਿਸਾਖੀ ਨਾਲ ਸੰਬੰਧਿਤ। ਖਬਰ ਕੀ ਹੈ ਕਿ ਤਲਵੰਡੀ ਸਾਬੋ ਵਿੱਚ ਵਿਸਾਖੀ ਮੇਲੇ ਦੀ ਸਮਾਪਤੀ ਵਾਲੇ ਦਿਨ ਮਾਰਸ਼ਲ ਹੁਨਰ ਨਿਹੰਗ ਨੌਜਵਾਨ ਆਪਣਾ ਹੁਨਰ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ। ਹੁਣ ਵਿਸਾਖੀ ਦੀ ਜਿਹੜੀ ਮਹੱਤਤਾ ਹੈਗੀ ਹੈ ਉਸ ਬਾਰੇ ਸਭ ਨੂੰ ਪਤਾ ਹੈ। ਇਹ ਇੱਕ ਪ੍ਰਮੁੱਖ ਸਿੱਖ ਤਿਉਹਾਰ ਹੈ। ਵਿਸਾਖੀ ਨੇ ਵਿਸਾਖੀ ਦਾ ਐਲਾਨ ਕੀਤਾ, ਯਾਨੀ ਕਿ ਵਿਸਾਖ ਦੇ ਮਹੀਨੇ ਦੇ ਪਹਿਲੇ ਦਿਨ ਨੂੰ ਜਿਹੜਾ ਇਹ ਵਿਸਾਖ ਦਾ ਮਹੀਨਾ ਇਹ ਦਰਸਾਉਂਦਾ ਹੈ। ਰਵਾਇਤੀ ਤੌਰ ਤੇ ਹਰ ਸਾਲ 13 ਅਪ੍ਰੈਲ ਤੇ ਕਈ ਵਾਰੀ 14 ਅਪ੍ਰੈਲ ਨੂੰ ਵੀ ਮੁੱਖ ਤੌਰ ਤੇ ਇਹ ਉੱਤਰੀ ਭਾਰਤ ਦੇ ਵਿੱਚ ਬਸੰਤ ਦੀ ਫਸਲ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਤੇ ਬਾਅਦ ਦੇ ਵਿੱਚ ਇਸ ਦੀ ਇੱਕ ਹੋਰ ਪ੍ਰਮੁੱਖਤਾ ਹੈਗੀ ਹੈ ਸਿੱਖ ਧਰਮ ਨਾਲ ਰਿਲੇਟਡ ਕਿ ਇਹ 13 ਅਪ੍ਰੈਲ 1999 ਨੂੰ ਸਿੱਖ ਧਰਮ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਖਾਲਸਾ ਦੀ ਜਦੋਂ ਖਾਲਸਾ ਪੰਥ ਦੀ ਜਦੋਂ ਸਾਧਨਾ ਹੋਈ ਸੀਗੀ, ਸਥਾਪਨਾ ਹੋਈ ਸੀਗੀ, ਉਸ ਦੇ ਆਦੇਸ਼ ਦੇ ਜਨਮ ਦੀ ਨਿਸ਼ਾਨਦੇਹੀ ਵੀ ਕਰਦਾ ਹੈ। ਬਾਅਦ ਦੇ ਵਿੱਚ ਰਣਜੀਤ ਸਿੰਘ ਨੂੰ 12 ਅਪ੍ਰੈਲ ਇਸ ਦੇ ਨਾਲ ਇੱਕ ਹੋਰ ਇਤਿਹਾਸ ਵੀ ਸੰਬੰਧਿਤ ਹੈ ਕਿ ਰਣਜੀਤ ਸਿੰਘ ਨੂੰ 12 ਅਪ੍ਰੈਲ 801 ਨੂੰ ਸਿੱਖ ਸਾਮਰਾਜ ਦਾ ਮਹਾਰਾਜਾ ਘੋਸ਼ਿਤ ਕੀਤਾ ਗਿਆ ਸੀਗਾ, ਜੋ ਵਿਸਾਖੀ ਦੇ ਨਾਲ ਮੇਲ ਖਾਂਦਾ ਹੈ। ਇਹ ਇੱਕ ਏਕੀਕ੍ਰਿਤ ਰਾਜਨੀਤਿਕ ਰਾਜ ਦੀ ਸਿਰਜਣਾ ਕਰਦੇ ਆ। ਵਿਸਾਖੀ ਉਹ ਵੀ ਦਿਨ ਸੀ ਜਦੋਂ ਬੰਗਾਲ ਆਰਮੀ ਅਫਸਰ ਜਿਹੜੀ ਹੈ ਡਾਇਰ, ਅਸੀਂ ਜਨਰਲ ਡਾਇਰ ਕਹਿ ਦਿੰਦੇ ਹਾਂ ਪਰ ਇਹਨਾਂ ਦਾ ਪੂਰਾ ਨਾਮ ਹੈ ਜਨਰਲ ਰੈਜੀਨਾਲਡ ਡਾਇਰ ਨੇ ਆਪਣੀਆਂ ਫੌਜਾਂ ਨੂੰ ਇੱਕ ਪ੍ਰਦਰਸ਼ਨਕਾਰੀ ਭੀੜ ਤੇ ਗੋਲੀਆਂ ਚਲਾਉਣ ਦਾ ਉਦੋਂ ਆਦੇਸ਼ ਹੈ ਜਿਹੜਾ ਉਹ ਦੇ ਦਿੱਤਾ ਗਿਆ ਸੀਗਾ। ਕਿੰਨਿਆਂ ਦੀ ਗਿਣਤੀਆਂ ਦੇ ਵਿੱਚ ਮਤਲਬ ਜਿਹੜਾ ਇਹ ਕਤਲੇਆਮ ਹੋਇਆ। ਅਜਿਹੀ ਘਟਨਾ ਜਿਸ ਨੂੰ ਜਲਿਆਂਵਾਲਾ ਬਾਗ ਕਤਲੇਆਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹੁਣ ਇਹ ਕਤਲੇਆਮ ਭਾਰਤੀ ਆਜ਼ਾਦੀ ਅੰਦੋਲਨ ਦੇ ਇਤਿਹਾਸ ਦੇ ਲਈ ਬੜਾ ਪ੍ਰਭਾਵਸ਼ਾਲੀ ਸਿੱਧ ਹੋਇਆ ਸੀਗਾ। ਸੋ ਇਹ ਸੀਗੀ ਆਪਣੀ ਵਿਸਾਖੀ ਦੇ ਨਾਲ ਖਬਰ। ਤੀਜੀ ਖਬਰ ਜੋ ਸਾਡੇ ਸਾਹਮਣੇ ਆਈ ਹੈ ਉਹ ਈਡਾਰ ਪੋਰਟਲਸ ਨਾਲ ਸੰਬੰਧਿਤ ਖਬਰ ਕੀ ਹੈ ਕਿ ਸਰਕਾਰ ਵੱਲੋਂ ਬੀਮਾ ਕੰਪਨੀਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਤਿਆਰ ਕੀਤਾ ਗਿਆ ਵੈਬ ਪੋਰਟਲ ਕੁਝ ਹੀ ਕਲਿੱਕਾਂ ਦੇ ਨਾਲ ਜਿੰਨੇ ਵੀ ਇਹ ਸੜਕ ਹਾਦਸੇ ਹੋ ਰਹੇ ਹਨ ਇਹਨਾਂ ਨਾਲ ਸੰਬੰਧਿਤ ਪੂਰੀ ਡਿਟੇਲ ਇਨਫੋਰਮੇਸ਼ਨ ਹੈ ਜਿਹੜੀ ਉਹ ਸਾਨੂੰ ਪ੍ਰਦਾਨ ਕਰੇਗਾ ਤੇ ਹਾਦਸੇ ਦੇ ਦੌਰਾਨ ਜਿਹੜੇ ਮੁਆਵਜ਼ਿਆਂ ਦੇ ਦਾਅਵਿਆਂ ਦੇ ਵਿੱਚ ਤੇਜ਼ੀ ਲਾਉਣ ਦੇ ਵਿੱਚ ਮਦਦ ਕਰੇਗਾ, ਤਾਂ ਜਿਸ ਦੇ ਨਾਲ ਕੀ ਹੋਏਗਾ ਕਿ ਜਿਹੜੇ ਆਰਥਿਕ ਪਰਿਵਾਰਾਂ ਨੂੰ ਮੁਆਵਜ਼ਾ ਮਿਲੇਗਾ ਤੇ ਉਹਨਾਂ ਨੂੰ ਰਾਹਤ ਮਿਲੇਗੀ ਇਸ ਸੰਬੰਧਿਤ। ਦੇਖੋ ਅਸੀਂ ਜਾਣਦੇ ਹਾਂ ਈਡਾਰ ਪੋਰਟਲ ਦੇ ਬਾਰੇ। ਸੜਕ ਟਰਾਂਸਪੋਰਟ ਰਾਜਮਾਰਗ ਮੰਤਰਾਲੇ ਨੇ ਈਡਾਰ ਯਾਨੀ ਕਿ ਇਹ ਵਿਸਤ੍ਰਿਤ ਦੁਰਘਟਨਾ ਰਿਪੋਰਟ ਨਾਮ ਦਾ ਇੱਕ ਪੋਰਟਲ ਵਿਕਸਿਤ ਕੀਤਾ ਹੈ। ਸਰਕਾਰ ਵੱਲੋਂ ਬੀਮਾ ਕੰਪਨੀਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਤਿਆਰ ਕੀਤਾ ਗਿਆ ਵੈਬ ਪੋਰਟਲ ਕੁਝ ਹੀ ਕਲਿੱਕਾਂ ਦੇ ਨਾਲ ਸੜਕ ਹਾਦਸਿਆਂ ਸੰਬੰਧੀ ਤੁਰੰਤ ਜਾਣਕਾਰੀ ਇੰਸਟੈਂਟ ਨੌਲੇਜ ਹੈ ਜਿਹੜੀ ਸਾਨੂੰ ਉਹ ਪ੍ਰੋਵਾਈਡ ਕਰਾਏਗਾ। ਹੁਣ ਆਸਾਨੀ ਦੇ ਨਾਲ ਪਹੁੰਚ ਲਈ ਡਿਜੀਟਲਾਈਜ਼ਡ ਵਿਸਤ੍ਰਿਤ ਜਿਹੜੀ ਦੁਰਘਟਨਾ ਰਿਪੋਰਟਾਂ ਨੂੰ ਪੋਰਟਲ ਤੇ ਅਪਲੋਡ ਕੀਤਾ ਜਾਵੇਗਾ। ਵੈਬ ਪੋਰਟਲ ਨੂੰ ਇੰਟੀਗ੍ਰੇਟਿਡ ਰੋਡ ਐਕਸੀਡੈਂਟ ਡਾਟਾਬੇਸ ਦੇ ਨਾਲ ਜੋੜ ਦਿੱਤਾ ਜਾਵੇਗਾ। ਹੁਣ ਇਹਦੇ ਨਾਲ ਕੀ ਹੋਏਗਾ ਕਿ ਐਪਲੀਕੇਸ਼ਨਾਂ ਨੂੰ 90% ਤੋਂ ਵੱਧ ਡਾਟਾ ਸਾਈਟਾਂ ਦੇ ਨਾਲ ਸਿੱਧਾ ਇਸ ਪੋਰਟਲ ਦੇ ਵਿੱਚ ਪਾਇਆ ਜਾਵੇਗਾ। ਹੁਣ ਧਾਰਕ ਹੋ ਗਏ ਜਿਵੇਂ ਪੁਲਿਸ, ਸੜਕ ਅਥਾਰਟੀਆਂ ਹੋ ਗਈਆਂ ਜਾਂ ਹਸਪਤਾਲਾਂ ਆਦਿ ਇਸ ਫਾਰਮ ਦੇ ਲਈ ਬਹੁਤ ਘੱਟ ਜਾਣਕਾਰੀ ਜਿਹੜੀ ਹੈ ਉਹ ਦਾਖਲ ਕਰਨ ਦੀ ਇਹਨਾਂ ਨੂੰ ਲੋੜ ਹੁੰਦੀ ਹੈ। ਇਸ ਤਰ੍ਹਾਂ ਜਿਹੜਾ ਇਹ ਪੋਰਟਲ ਹੈਗਾ ਉਹ ਪੂਰੀ ਇਨਫੋਰਮੇਸ਼ਨ
ਇਸ ਦੇ ਪ੍ਰਤੀ ਸਾਨੂੰ ਦੇਵੇਗਾ। ਅਦਾਲਤ ਨੇ ਆਪਣੇ ਵਿਸਤ੍ਰਿਤ ਆਦੇਸ਼ ਦੇ ਵਿੱਚ ਕਿਹਾ ਕਿ ਈ ਡਾਰ ਪੋਰਟਲ ਹਾਦਸੇ ਵਿੱਚ ਸ਼ਾਮਿਲ ਵਾਹਨਾਂ, ਸੜਕ ਹਾਦਸੇ ਵਾਲਾ ਦਿਨ, ਉਸਦੀ ਮਿਤੀ ਤੇ ਪਹਿਲੀ ਸੂਚਨਾ ਰਿਪੋਰਟ ਨੰਬਰ ਦੀ ਵਿਆਪਕ ਤਲਾਸ਼ੀ ਲੈ ਕੇ ਜਿਹੜੀ ਅਗਲੀ ਕਾਰਵਾਈ ਹੈ ਉਹਨਾਂ ਦੇ ਵਿਰੁੱਧ ਕਈ ਜਾਂਚਾਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਪੋਰਟਲ ਨੂੰ ਵਾਹਨ ਵਰਗੇ ਹੋਰ ਸਰਕਾਰੀ ਪੋਰਟਲਾਂ ਦੇ ਨਾਲ ਜੋੜ ਦਿੱਤਾ ਜਾਵੇਗਾ। ਡਰਾਈਵਿੰਗ ਲਾਇਸੈਂਸ ਦੇ ਵੇਰਵਿਆਂ ਅਤੇ ਵਾਹਨਾਂ ਦੀ ਰਜਿਸਟ੍ਰੇਸ਼ਨ ਬਾਰੇ ਵੀ ਜਾਣਕਾਰੀ ਹੈ ਜਿਹੜੀ ਉਹ ਪੂਰੀ ਅਦਾ ਕੀਤੀ ਜਾਵੇਗੀ, ਪਹੁੰਚਾਈ ਜਾਵੇਗੀ। ਜਾਂਚ ਅਧਿਕਾਰੀਆਂ ਦੇ ਲਾਭ ਦੇ ਲਈ ਪੋਰਟਲ ਸਾਈਟ ਦੇ ਨਕਸ਼ੇ ਦੇ ਨਾਲ ਦੁਰਘਟਨਾ ਵਾਲੀ ਥਾਂ ਦੀ ਪੂਰੀ ਜਾਇਜ਼ਾ ਲਏਗਾ। ਇਹ ਜਾਂਚ ਅਧਿਕਾਰੀ ਨੂੰ ਘਟਨਾ ਵਾਲੀ ਥਾਂ ਤੋਂ ਉਸਦੀ ਦੂਰੀ ਬਾਰੇ ਸੂਚਿਤ ਕਰੇਗਾ ਜੇਕਰ ਪੋਰਟਲ ਨੂੰ ਕਿਸੇ ਹੋਰ ਸਥਾਨ ਤੋਂ ਐਕਸੈਸ ਕੀਤਾ ਜਾਵੇ। ਤਸਵੀਰਾਂ, ਹਾਦਸੇ ਵਾਲੀ ਥਾਂ ਦੀ ਵੀਡੀਓ, ਨੁਕਸਾਨੇ ਗਏ ਵਾਹਨ, ਜ਼ਖਮੀ ਹੋਏ ਪੀੜਤ, ਚਸ਼ਮਦੀਦ ਗਵਾਹ ਆਦਿ ਦੇ ਵੇਰਵੇ ਵੀ ਤੁਰੰਤ ਪੋਰਟਲ ਤੇ ਜਿਹੜੇ ਆ ਅਪਲੋਡ ਕੀਤੇ ਜਾਣਗੇ। ਰਾਜ ਦੀ ਪੁਲਿਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਜਾਂ ਸਥਾਨਕ ਜਿਹੜੇ ਸੰਸਥਾ ਦੇ ਇੱਕ ਜਿਹੜੇ ਇੰਜੀਨੀਅਰ ਨੂੰ ਉਸਦੇ ਮੋਬਾਈਲ ਉਪਕਰਨ ਤੇ ਇੱਕ ਅਲਰਟ ਪ੍ਰਾਪਤ ਹੋਵੇਗਾ ਤੇ ਸੰਬੰਧਿਤ ਅਧਿਕਾਰੀ ਫਿਰ ਇਸ ਹਾਦਸੇ ਵਾਲੀ ਥਾਂ ਦਾ ਦੌਰਾ ਕਰੇਗਾ ਤੇ ਇਸ ਦੀ ਜਾਂਚ ਕਰੇਗਾ ਤੇ ਸੜਕ ਦੇ ਡਿਜ਼ਾਈਨ ਵਰਗੇ ਲੋੜੀਂਦੇ ਵੇਰਵੇ ਵੀ ਫੀਡ ਕਰੇਗਾ। ਹਾਦਸਿਆਂ ਦੇ ਲਈ ਹੌਟਸਪੌਟਾਂ ਦੀ ਵੀ ਪਛਾਣ ਕੀਤੀ ਜਾਵੇਗੀ ਤਾਂ ਜੋ ਇਹਨਾਂ ਹੌਟਸਪੌਟਾਂ ਤੇ ਹਾਦਸਿਆਂ ਤੋਂ ਬਚਣ ਦੇ ਲਈ ਹੱਲ ਹੈ ਜਿਹੜੇ ਉਹ ਕੱਢੇ ਜਾ ਸਕਣ ਤਾਂ ਪ੍ਰਾਪਤ ਕੀਤੇ ਜਾ ਸਕਣ। ਸੋ ਇਹ ਸੀਗੀ ਅੱਜ ਦੀ ਸਾਡੇ ਕੋਲ ਈ-ਡਾਰ ਪੋਰਟਲ ਨਾਲ ਸੰਬੰਧਿਤ ਸਾਡੀ ਜਾਣਕਾਰੀ। ਚੌਥੀ ਜਿਹੜੀ ਸਾਡੇ ਕੋਲ ਖਬਰ ਆਈ ਹੈ ਉਹ ਹੈ ਰਾਜਗੀਰ ਦੀ ਸਾਈਕਲੋਪੀਅਨ ਕੰਧ ਬਾਰੇ। ਖਬਰ ਕੀ ਹੈ ਕਿ ਬਿਹਾਰ ਸਰਕਾਰ ਨੇ ਭਾਰਤੀ ਪੁਰਾਤੱਤਵ ਸਰਵੇਖਣ ਨੂੰ ਯੂਨੈਸਕੋ ਦੇ ਵਿਸ਼ਵ ਵਿਰਾਸਤ ਸਥਾਨ ਦੇ ਵਿੱਚ ਸੂਚੀਬੱਧ ਰਾਜਗੀਰ ਵਿੱਚ 2500 ਸਾਲ ਤੋਂ ਵੱਧ ਪੁਰਾਣੀ ਇਮਾਰਤ, ਯਾਨੀ ਕਿ ਜਿਹੜੀ ਹੈ ਇਸ ਦੀ ਲੰਬਾਈ ਜੇਕਰ ਅਸੀਂ ਦੇਖੀਏ 40 ਕਿਲੋਮੀਟਰ ਤੱਕ ਇਹ ਲੰਬੀ ਹੈ, ਇਸ ਦੀਵਾਰ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਨਵਾਂ ਪ੍ਰਸਤਾਵ ਹੈ ਜਿਹੜਾ ਉਹ ਵਿਸ਼ਵ ਵਿਰਾਸਤ ਸਥਾਨ ਤੇ ਮਤਲਬ ਵਿਸ਼ਵ ਵਿਆਪਤੀ ਨਾਲ ਰਿਲੇਟਡ ਇਹ ਨਵਾਂ ਪ੍ਰਸਤਾਵ ਹੈ ਜਿਹੜਾ ਉਹ ਭੇਜਿਆ ਗਿਆ ਹੈ। ਇਸ ਦੀ ਮਹਾਨਤਾ, ਇਸ ਦੀ ਮਹੱਤਤਾ, ਇਸ ਦੀ ਪ੍ਰਾਚੀਨਤਾ ਇਹ ਹੈ ਕਿ ਇਹ 3 ਸਦੀ ਤੋਂ ਪਹਿਲਾਂ ਪ੍ਰਾਚੀਨ ਸ਼ਹਿਰ ਰਾਜਗੀਰ ਨੂੰ ਹਮਲਾਵਰਾਂ ਤੋਂ ਬਚਾਉਣ ਦੇ ਲਈ ਬਣਾਇਆ ਗਿਆ ਸੀ। ਆਓ ਅਸੀਂ ਜਾਣਦੇ ਹਾਂ ਇਸ ਦੀ ਥੋੜੀ ਜਿਹੀ ਹਿਸਟਰੀ ਬਾਰੇ। ਰਾਜਗੀਰ ਦੀ ਸਾਈਕਲੋਪੀਅਨ ਦੀਵਾਰ ਪੱਥਰ ਦੀ ਇੱਕ 40 ਕਿਲੋਮੀਟਰ ਦੀ ਲੰਬੀ ਕੰਧ ਹੈ ਜਿਸ ਨੇ ਬਾਹਰੀ ਦੁਸ਼ਮਣਾਂ ਜਾਂ ਹਮਲਾਵਰਾਂ ਤੋਂ ਬਚਾਉਣ ਦੇ ਲਈ ਭਾਰਤੀ ਰਾਜ ਬਿਹਾਰ ਦੇ ਪ੍ਰਾਚੀਨ ਸ਼ਹਿਰ ਰਾਜਗ੍ਰਹਿ, ਜਿਸਨੂੰ ਵਰਤਮਾਨ ਸਮੇਂ ਰਾਜਗੀਰ ਕਿਹਾ ਜਾਂਦਾ, ਉਸਨੂੰ ਘੇਰ ਲਿਆ ਸੀਗਾ। ਇਹ ਦੁਨੀਆ ਵਿੱਚ ਸਾਈਕਲੋਪੀਅਨ ਮਿਸਤਰੀ ਦੀਆਂ ਸਭ ਤੋਂ ਪੁਰਾਣੀਆਂ ਉਦਾਹਰਨਾਂ ਦੇ ਵਿੱਚੋਂ ਇੱਕ ਹੈ। ਕੰਧ ਇੱਕ ਕਿਸਮ ਦਾ ਪੱਥਰ ਦਾ ਕੰਮ ਹੈ ਜੋ ਵੱਡੇ ਵੱਡੇ ਚੂਨੇ ਦੇ ਪੱਥਰਾਂ ਦੇ ਨਾਲ ਬਣਾਇਆ ਗਿਆ ਹੈ। ਮੋਟੇ ਤੌਰ ਦੇ ਨਾਲ ਲੱਗਦੇ ਪੱਥਰਾਂ ਵਿਚਕਾਰ ਘੱਟੋ ਘੱਟ ਕਲੀਅਰੈਂਸ ਜਾਂ ਮੋਰਟਾਰ ਦੀ ਵਰਤੋਂ ਤੋਂ ਬਿਨਾਂ ਇਹ ਭਰਿਆ ਹੋਇਆ ਹੈ। ਬੋਰਡਰ ਆਮ ਤੌਰ ਤੇ ਨਾ ਕੰਮ ਕਰਨ ਵਾਲੇ ਜਾਪਦੇ, ਪਰ ਹੋ ਸਕਦਾ ਹੈ ਕਿ ਕੁਝ ਨੂੰ ਹਥੌੜਿਆਂ ਦੇ ਨਾਲ ਜਿਹੜਾ ਉਸ ਸਮੇਂ ਆਕਾਰ ਦਿੱਤਾ ਗਿਆ ਹੋਵੇ। ਇਸ ਨੂੰ ਰਵਾਨੀ ਰਾਜਵੰਸ਼ ਦੇ ਸ਼ਾਸਕਾਂ ਦੁਆਰਾ ਵਿਸ਼ਾਲ ਕੱਪੜੇ ਰਹਿਤ ਪੱਥਰਾਂ ਦੀ ਵਰਤੋਂ ਤਿਆਰ ਕਰਕੇ ਬਣਾਇਆ ਗਿਆ ਸੀਗਾ। ਕੰਧਾਂ ਦਾ ਜ਼ਿਕਰ ਜਿਹੜਾ ਬੌਧ ਸਾਹਿਤ ਦੇ ਵਿੱਚ, ਬੁੱਧ ਧਰਮ ਦੇ ਵਿੱਚ ਵੀ ਆਉਂਦਾ ਹੈਗਾ, ਰਚਨਾਵਾਂ ਦੇ ਵਿੱਚ ਕੀਤਾ ਗਿਆ। ਇਸ ਦੇ ਕੁਝ ਜਿਹੜੇ ਹਿੱਸੇ ਆ ਉਹ ਬਚੇ ਹੋਏ ਆ, ਬਾਕੀ ਸਾਰਾ ਸਮੇਂ ਦੇ ਨਾਲ ਜਿਹੜਾ ਡਿਸਟਰੋਏ ਹੋ ਗਿਆ, ਅਲੋਪ ਹੋ ਗਿਆ। ਜ਼ਿਆਦਾਤਰ ਮੂਲ ਢਾਂਚਾ ਸਮੇਂ ਦੇ ਨਾਲ ਅਲੋਪ ਹੋ ਗਿਆ। ਇਸ ਸਮੇਂ ਕੰਧ ਨੂੰ ਇੱਕ ਅੰਤਰਰਾਸ਼ਟਰੀ ਸਮਾਰਕ ਵਜੋਂ ਨਾਮਜ਼ਦ ਕੀਤਾ ਗਿਆ ਤੇ ਬਿਹਾਰ ਦੇ ਪੁਰਾਤੱਤਵ ਵਿਭਾਗ ਨੇ ਭਾਰਤੀ ਪੁਰਾਤੱਤਵ ਸਰਵੇਖਣ ਨੂੰ ਸਿਫਾਰਿਸ਼ ਕੀਤੀ ਹੈ ਕਿ ਉਸਨੂੰ ਯੂਨੈਸਕੋ ਦੇ ਵਿਸ਼ਵ ਵਿਰਾਸਤ ਸਥਾਨਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ, ਜੋ ਕਿ 1987 ਦੇ ਵਿੱਚ ਪ੍ਰਾਪਤ ਕੀਤੀ ਗਈ ਸੀਗੀ। ਸੋ ਇਹ ਸੀਗੀ ਸਾਡੀ ਜੋ ਅੱਜ ਦੀ ਚੌਥੀ ਖਬਰ ਸੀਗੀ ਇਸ ਕੰਧ ਬਾਰੇ, ਸਾਈਕਲੋਪੀਅਨ ਕੰਧ ਬਾਰੇ। ਸੋ ਇਸ ਦੇ ਨਾਲ ਹੀ ਸਾਡਾ ਜਿਹੜਾ ਅੱਜ ਦਾ ਖਬਰਾਂ ਦਾ ਸਿਲਸਿਲਾ ਹੈ ਉਹ ਖਤਮ ਹੁੰਦਾ ਹੈ। ਧੰਨਵਾਦ।